ਜਾਗ ਪੰਜਾਬੀ ਚੈਨਲ ਤੇ ਪ੍ਰੋਗਰਾਮ ਵੇਲੇ ਦੀ ਗੱਲ ਨਾਲ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਰੋਸ਼ਨ ਲਾਲ ਤੇ ਮੇਰੇ ਨਾਲ ਨੇ ਸੋਸ਼ਲ ਡੈਮੋਕ੍ਰੈਟਿਕ ਫੋਰਮ ਪਾਕਿਸਤਾਨ ਦੇ ਆਗੂ ਜਨਾਬ ਰਾਜਾ ਵਲਾਇਤ ਐਡਵੋਕੇਟ ਸਾਹਿਬ। ਅੱਜ ਅਸੀਂ ਉਹਨਾਂ ਨੂੰ ਪੁੱਛਾਂਗੇ ਪਾਕਿਸਤਾਨ ਦੇ ਵਿੱਚ ਇਸ ਵੇਲੇ ਸਿਆਸਤ ਜਿਸ ਤਰ੍ਹਾਂ ਜਾਰੀ ਹੈ ਔਰ ਉਹਦੇ ਵਿੱਚ ਤਹਿਰੀਕ ਇਨਸਾਫ ਜਿਹੜੀ ਹੈ ਉਹਦੀ ਸਿਆਸਤ ਦਾ ਕੀ ਹਾਲ ਹੈ, क्या वो जमात कायम रहेगी या नहीं रहेगी, इस बारे सानू दसणगे राजा वलायत जी। राजा साहब, तहरीक इंसाफ ਨੂੰ ਤੁਸੀਂ ਕਿਸ ਹਾਲਤ 'ਚ ਦੇਖਦੇ ਜੇ? 9 ਮਈ ਤੋਂ ਪਹਿਲੇ ਕਿਹਾ ਜਾਂਦਾ ਸੀ ਕਿ ਜੀ ਇਹ ਜਮਾਤ ਪਾਕਿਸਤਾਨ ਦੀ ਸਭ ਤੋਂ ਵੱਡੀ ਮਜ਼ਬੂਤ ਜਮਾਤ ਹੈ ਤੇ ਅੱਜ ਲੱਗਦਾ ਕਿ ਇਸ ਜਮਾਤ ਪੱਲੇ ਰਿਹਾ ਹੀ ਕੁਛ ਨਹੀਂ, ਤੇ ਤੁਸੀਂ ਕਿਸ ਤਰ੍ਹਾਂ ਵੇਖਦੇ ਜੇ ਸਾਰੀ ਗੱਲ? ਜਮਾਤ ਤੇ ਕਦੀ ਵੀ ਇੰਜ ਨਹੀਂ ਹੁੰਦੀ ਜਿਹੜੀ ਨਜ਼ਰਿਆਤੀ ਤੌਰ ਤੇ ਬੁਨਿਆਦ ਰੱਖੀ ਗਈ ਹੋਵੇ ਉਹ ਤੇ ਕਾਇਮ ਵੀ ਰਹਿੰਦੀ ਹੈ ਤੇ ਆਪਣੀ ਜਦੋਜਹਿਦ ਨੂੰ ਵੀ ਅੱਗੇ ਵਧਾਉਂਦੀ ਹੈ। ਤੇ ਜੇ ਫਰਿਸ਼ਤਿਆਂ ਨੇ ਬਣਾਈ ਹੋਵੇ ਜਮਾਤ ਤੇ ਫਰਿਸ਼ਤਿਆਂ ਨਾਲ ਹੀ ਲੜਾਈ ਹੋ ਪਏ ਤੇ ਫਿਰ ਇਹੋ ਜਿਹੇ ਅੰਜਾਮ ਹੁੰਦੇ ਨੇ। ਜਦੋਂ ਤੱਕ ਕਿ ਤੁਹਾਡੇ ਆਵਾਮ ਦੇ ਅੰਦਰ ਜਿਹੜੀ ਹੈ ਉਹ ਸਪੋਰਟ ਖਾਲੀ ਨਹੀਂ ਚਾਹੀਦੀ, ਬਲਕਿ ਉਹਨਾਂ ਦੀ ਪਾਰਟਿਸਪੇਸ਼ਨ ਚਾਹੀਦੀ ਹੈ ਤੁਹਾਡੇ ਪ੍ਰੋਗਰਾਮ ਦੇ ਨਾਲ। ਜਿਸ ਲਈ ਇੱਕ ਪਾਰਟੀ ਦਾ ਪ੍ਰੋਗਰਾਮ ਨਹੀਂ ਹੈਗਾ, ਸਿਰਫ ਇਹ ਹੈਗਾ ਕਿ ਕਿਸੇ ਤਰੀਕੇ ਨਾਲ ਇਕਤਦਾਰ ਤੇ ਕਬਜ਼ਾ ਕਰਨਾ ਔਰ ਐਡੀ ਉਹਦੇ ਨਾਲ ਆਵਾਮ ਦੀ ਫਾਲੋਇੰਗ, ਉਹ ਪਾਰਟੀ ਦੇ ਨਾਲ ਲੋਕਾਂ ਦੀ ਜੁੜਤ, ਉਹਦੇ ਨਾਲ ਤੁਸੀਂ ਰਸਤਾ ਜਿਹੜਾ ਅਖਤਿਆਰ ਕੀਤਾ ਉਹ ਥੋੜ੍ਹਾ ਬਹੁਤਾ ਗੜਬੜ ਕਰ ਗਿਆ। ਉਹਦੇ ਨਾਲ ਉਹ ਪਾਰਟੀ ਜਿਹੜੀ ਹੈ ਅੱਗੇ ਚੱਲਣ ਜੋਗੀ ਨਹੀਂ। ਨਾ ਤੇ ਪਾਰਟੀ ਦੇ ਕੋਈ ਲੋਕਲ ਯੂਨਿਟ ਹੈਗੇ ਸੀ, ਨਾ ਲੋਕਾਂ ਦੀ ਤਾਲੀਮੋ ਤਰਬੀਅਤ ਹੈਗੀ ਸੀ, ਨਾ ਉਹਨਾਂ ਦੇ ਕੋਲ ਕੋਈ ਪ੍ਰੋਗਰਾਮ ਮੌਜੂਦ ਸੀ। ਇੱਕ ਹੈਗੇ ਹੀਰੋ ਵਰਸ਼ਿਪ ਸੀ। ਹੀਰੋ ਵਰਸ਼ਿਪ ਦੀ ਬੁਨਿਆਦ ਦੇ ਉੱਤੇ ਜਿਸਲੇ ਤੁਸੀਂ ਸਿਆਸਤ ਕਰਦੇ ਹੋ ਤੇ ਉਹ ਸਿਆਸਤ ਫਿਰ ਇਹ ਵੀ ਦੇਖਣਾ ਪੈਂਦਾ ਕਿ ਜਿਨ੍ਹਾਂ ਨਾਲ ਰਲ ਕੇ ਕੀਤੀ ਹੈ, ਜਿਨ੍ਹਾਂ ਨੇ ਨਾਲ ਲਿਆਂਦਾ, ਉਹਨਾਂ ਨਾਲ ਤਲਕਾਤ ਵੀ ਰੱਖੀ ਦੇ ਨੇ। ਤਲਕਾਤ ਖਰਾਬ ਹੋਣ ਤੇ ਖਤਮ ਹੋ ਜਾਂਦੀ। ਪਰ ਰਾਜਾ ਸਾਹਿਬ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਜੋ ਤੁਸੀਂ ਦੱਸਿਆ ਤਹਿਰੀਕ ਇਨਸਾਫ ਬਾਰੇ ਇੰਝ ਹੀ ਹੈ, ਲੇਕਿਨ ਅਸੀਂ ਦੇਖਿਆ ਜਿਹੜੇ ਪਿਛਲੇ ਦਿਨਾਂ 'ਚ ਇਲੈਕਸ਼ਨ ਹੋਏ ਉਹਦੇ ਵਿੱਚ ਯਾਨੀ ਪੰਜਾਬ ਦੇ ਜਿਹੜੇ ਹੋਏ ਸੀ ਇਲੈਕਸ਼ਨ, ਪੂਰੀਆਂ ਸੀਟਾਂ ਉਹਨੇ ਜਿਹੜੀਆਂ ਨੇ ਜੀ ਆਪਣੀਆਂ ਲਈਆਂ ਅਕਸਰੀਅਤ ਲਈ, ਔਰ ਉਸ ਤੋਂ ਬਾਅਦ ਵੀ ਜਿਹੜੇ ਜ਼ਿਮਨੀ ਇਲੈਕਸ਼ਨ ਹੁੰਦੇ ਰਹੇ ਨੇ ਔਰ ਉਹਨਾਂ ਦਾ ਤੇ ਇਹ ਕਹਿਣਾ ਸੀ ਕਿ ਜੀ ਅਸੀਂ ਪਪੂਲਰ ਇੰਨੇ ਆ, ਗਵਰਨਮੈਂਟ ਇਲੈਕਸ਼ਨ ਕਰਾਉਂਦੀ ਨਹੀਂ ਪਈ, ਐਸੇ ਕਰਕੇ ਕਿ ਅਸੀਂ ਜਿੱਤ ਜਾਵਾਂਗੇ, 2/3 ਅਕਸਰੀਅਤ ਲੈ ਕੇ ਜਿੱਤ ਜਾਵਾਂਗੇ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਕਿ ਇੱਕ ਦੌਰ ਹੈਗਾ ਸੀ ਕਿ ਜਿਸਲੇ ਮਿਸਾਕ ਜਮਹੂਰੀਅਤ ਦੋ ਪਾਰਟੀਆਂ ਦੇ ਅੰਦਰ ਹੋਇਆ ਔਰ ਉਹਨਾਂ ਨੇ 5 ਸਾਲ ਪਹਿਲੇ 8 ਤੋਂ 13 ਤੱਕ ਪੂਰੇ ਕੀਤੇ। ਫਿਰ 13 ਤੋਂ 18 ਤੱਕ ਜਿਸਲੇ ਵਧਣ ਲੱਗੇ ਤੇ ਜਿਹੜੀ ਮੁਕਤਦਰ ਹਲਕੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਤਾਕਤਵਰ ਹਲਕੇ, ਉਹਨਾਂ ਨੇ ਦੇਖਿਆ ਵੀ ਸਾਡੀ ਤੇ ਦਾਲ ਨਹੀਂ ਗਲਦੀ, ਇਹ ਆਪਸ ਵਿੱਚ ਰਲ ਕੇ ਤੇ ਤੈਅ ਕਰ ਰਹੇ ਨੇ ਤੇ ਸਾਡੀ ਮੁਦਾਖਲਤ ਘੱਟ ਤੋਂ ਘੱਟ ਹੁੰਦੀ ਚਲੀ ਜਾ ਰਹੀ ਹੈ। ਤੇ ਉਹਨਾਂ ਨੇ ਇੱਕ ਮੁਸਲਸਲ ਸਿਲਸਿਲਾ ਸ਼ੁਰੂ ਕੀਤਾ, ਚੋਰ ਰਿਸ਼ਵਤਖੋਰ ਔਰ ਇਹਨਾਂ। ਔਰ ਉਸ ਤੋਂ ਬਾਅਦ ਉਹ ਇੱਕ ਸਾਧ ਲੱਭਣ ਗਏ। ਸਾਧ ਪਹਿਲੇ ਉਹਨਾਂ ਨੇ ਉਹਨੂੰ ਆਪਣਾ ਅਬਦੁਸਤਾਰੀ ਦੀ ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ। ਇਮਰਾਨ ਖਾਨ ਨੂੰ ਵੀ ਉਹਨਾਂ ਨੇ ਦੇਖਿਆ ਕਿ ਹੀਰੋ ਵਰਸ਼ਿਪ ਵੀ ਗਏ, ਗਰਾਊਂਡ ਕਰਾਊਡ ਵੀ ਉਹਦੇ ਨਾਲ ਹੈਗਾ, ਨੋਨ ਵੀ ਹੈ, ਇਹਨੂੰ ਅੱਗੇ ਇਸਤੇਮਾਲ ਕੀਤਾ ਜਾਏ। ਔਰ ਇਹ ਭੁੱਲ ਗਏ ਉਹ ਬਣਾਉਣ ਵਾਲੇ ਕਿ ਪੋਲੀਟੀਕਲੀ ਸਾਊਂਡ ਹੋਣਾ ਔਰ ਪੋਲੀਟਿਕਸ ਦਾ ਆਉਣਾ ਤੇ ਨੋ ਹਾਊ ਹੋਣਾ, ਇਲਮ ਹੋਣਾ, ਉਹਦੇ ਕੋਲ ਟੀਮ ਹੋਣਾ, ਇਹ ਬੜਾ ਜ਼ਰੂਰੀ ਸੀ। ਉਹ ਜਿਹੜਾ ਇੱਕ ਉਹਨਾਂ ਨੇ ਨਾਅਰਾ ਲਾਇਆ ਕਰਪਸ਼ਨ ਦਾ, ਉਹਦੀ ਵਜ੍ਹਾ ਨਾਲ ਵੱਧਦੇ ਵੱਧਦੇ ਹੀਰੋ ਵਰਸ਼ਿਪ ਇਸ ਸਟੇਜ 'ਤੇ ਆ ਗਈ ਕਿ ਜਿਉਂ ਹੀ ਇਮਰਾਨ ਖਾਨ ਇਕਤਦਾਰ ਜਦੋਂ ਹੈਗਾ ਸੀ ਤੇ ਇਕਤਸਾਦੀ ਪੋਜੀਸ਼ਨ ਤੁਹਾਡੇ ਸਾਹਮਣੇ ਹੈਗੀ ਹੈ, ਉਸ ਲਈ ਇਮਰਾਨ ਖਾਨ ਤੋਂ ਲੋਕ ਅਲੱਗ ਹੋ ਰਹੇ ਸੀ, ਡਾਊਨ ਜਾ ਰਿਹਾ ਸੀ ਡੇ ਬਾਈ ਡੇ। ਲੇਕਿਨ ਜਿਸਲੇ ਵੋਟ ਆਫ ਨੋ ਕਾਨਫੀਡੈਂਸ ਹੋ ਗਿਆ, ਬਾਹਰ ਆਇਆ, ਇੱਕ ਤੇ ਹੈਗਾ ਸੀ ਕਿ ਸਾਮਰਾਜ ਦੁਸ਼ਮਣੀ, ਉਹਦੇ ਵਿੱਚ ਲੋਕ ਕਿ ਅਮਰੀਕਾ ਨੂੰ ਹਮੇਸ਼ਾ ਇਹ ਸਮਝਿਆ ਜਾਂਦਾ ਕਿ ਸਾਡੀ ਭੁੱਖ ਨੰਗ ਦਾ ਜ਼ਿੰਮੇਦਾਰ ਅਮਰੀਕਾ ਹੈ। ਉਸ ਹਵਾਲੇ ਨਾਲ ਅਮਰੀਕਾ ਦੇ ਅਗੇਂਸਟ ਜਿਹੜੀ ਸੀ ਉਹ ਬਣੀ। ਉਹਦੇ ਨਾਲ ਨਾਲ ਜਿਹੜਾ ਚੋਰ ਡਾਕੂ ਜਿਹੜੇ ਨੋਨ ਹੋ ਗਏ ਸੀ, ਉਹਨਾਂ ਦੇ ਹਵਾਲੇ ਨਾਲ ਵੀ ਲੋਕਾਂ ਦੀਆਂ ਨਫ਼ਰਤਾਂ ਜਿਹੜੀਆਂ ਉਹਨਾਂ ਦੇ ਨਾਲ ਸਨ, ਉਹ ਵੀ ਇਕੱਠੀਆਂ ਹੋਈਆਂ ਇਹਦੀ ਹਮਾਇਤ ਦੇ ਵਿੱਚ। ਉਹਦਾ ਫਿਰ ਮਹਿੰਗਾਈ ਵੀ ਵਧੀ ਤੁਹਾਡੇ ਸਾਹਮਣੇ ਜੀ ਜੀ ਕਿ ਜਿਹੜੇ IMF ਦੇ ਨਾਲ ਅਗਸਤ 22 ਦੇ ਵਿੱਚ ਇਹਨੇ ਮੁਆਹਦੇ ਕੀਤੇ, ਅਗਸਤ 21 ਦੇ ਵਿੱਚ, ਔਰ ਉਹਨੂੰ ਤੋੜਿਆ ਕਿ ਫਰਵਰੀ ਦੇ ਵਿੱਚ ਜਿਹੜੇ ਪੈਟਰੋਲ ਦੀ ਕੀਮਤ ਔਰ ਉਹਨਾਂ ਨੇ ਤੁਹਾਨੂੰ ਨਾਨ ਟਰਸਟ ਵਰਦੀ ਡਿਕਲੇਅਰ ਕਰਕੇ ਤੇ ਹਰ ਕਿਸਮ ਦੀ ਤੁਹਾਡੇ ਤੇ ਪਾਬੰਦੀ ਲਾ ਲਈ ਕਿ ਹੁਣ ਜੋ ਵੀ ਇੰਸਟਾਲਮੈਂਟ ਹੋਏਗੀ ਪਹਿਲਾ ਰਿਵਿਊ ਹੋਇਆ ਕਰੇਗਾ, ਫਾਈਨੈਂਸ਼ੀਅਲ ਰਿਵਿਊ, ਤੇ ਫਿਰ ਜਾਰੀ ਕੀਤੀ ਜਾਏਗੀ।
ਉਹਦੇ ਨਤੀਜੇ ਤੇ ਵੀ ਜਿਸਲੇ ਤੁਹਾਨੂੰ ਬਿਲਕੁਲ ਉਧਰੋਂ ਜਵਾਬ ਹੋ ਗਿਆ ਔਰ ਗ੍ਰੈਜੂਅਲੀ ਉਹਦੀ ਮਹਿੰਗਾਈ ਵਧਣੀ ਸ਼ੁਰੂ ਹੋਈ, ਕੁਝ ਉਹਦਾ ਇਹ ਵੀ ਵਾਧਾ ਹੋਇਆ। ਜੀ ਜੀ। ਉਸ ਦੀ ਵਜ੍ਹਾ ਨਾਲ ਇਲੈਕਸ਼ਨ ਦੇ ਅੰਦਰ ਹੋਇਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸ ਪਾਰਟੀ ਨੂੰ ਬੇਪਨਾਹ ਹਮਾਇਤ ਹਾਸਲ ਹੋ ਰਹੀ ਸੀ। ਅੱਗੇ ਵੱਧ ਜਾਂਦੇ, ਅਗਰ ਪਾਰਲੀਮੈਂਟ ਦੇ ਅੰਦਰ ਮੌਜੂਦ ਰਹਿੰਦਾ, ਅਦਮ ਇਤਮਾਦ ਹੋਣ ਦੇ ਬਾਵਜੂਦ ਆਪਣੀ ਅਕਸਰੀਅਤ ਰੱਖਦਾ, ਇੱਕ ਦੋ ਪਾਰਟੀਆਂ ਜਿਹੜੀਆਂ ਨੇ ਕੋਈ ਟੁੱਟਦਾ, ਕੋਈ ਨਵਾਂ ਮਾਹੌਲ ਬਣਦਾ ਤੇ ਸ਼ਾਇਦ ਉਹਦੀ ਅੱਗੇ ਵੀ ਚੱਲ ਜਾਂਦੀ, ਕਿਉਂਕਿ ਪੋਲੀਟੀਕਲੀ ਕੋਈ ਵੀ ਪੋਲੀਟੀਕਲ ਪਾਰਟੀ ਆਪਣੇ ਦਰਵਾਜ਼ੇ ਗੱਲਬਾਤ ਦੇ ਬੰਦ ਨਹੀਂ ਕਰਦੀ। ਲੇਕਿਨ ਜਿਹੜਾ ਇੱਕ ਗੈਰ ਸਿਆਸੀ ਜਿਹਦੀ ਖਾਰਜਾ ਪਾਲਿਸੀ ਵੀ ਚਲਾਉਣੀ ਹੈ ਤੇ ਜਨਰਲ ਕਮਰ ਜਵੇਦ ਬਾਜਵਾ ਨੇ, ਜੇ ਬਾਹਰੋਂ ਮੰਗ ਕੇ ਵੀ ਲਿਆਉਣ ਤੇ ਕਮਰ ਜਵੇਦ ਬਾਜਵਾ ਨੇ, ਜੇ ਕੋਈ ਚੀਜ਼ਾਂ ਤੈਅ ਕਰਨੀਆਂ ਤੇ ਉਹ ਵੀ ਫੌਜ ਨੇ ਤੈਅ ਕਰਨੀਆਂ ਨੇ, ਜੇ ਅੰਦਰ ਵੋਟ ਆਫ ਕਾਨਫੀਡੈਂਸ ਲੈਣਾ ਤਾਂ ਉਹ ਵੀ ਫੌਜ ਨੇ ਲੈ ਕੇ ਦੇਣਾ। ਜਿਸਲੇ ਤੁਹਾਡੀ ਇਹ ਪੋਜੀਸ਼ਨ ਹੋ ਜਾਏ ਤੇ ਫਿਰ ਤੁਹਾਨੂੰ ਉਹ ਤੁਸੀਂ ਡਿਪੈਂਡੈਂਟ ਹੋ ਗਏ ਸੀ ਹੁਣ ਟੋਟਲੀ, ਤੇ ਜਿਸਲੇ ਵੋਟ ਆਫ ਨੋ ਕਾਨਫੀਡੈਂਸ ਹੋ ਗਿਆ ਤੇ ਬਜਾਏ ਇਸ ਕਿ ਉਹਨਾਂ ਨੂੰ ਗਾਲਾਂ ਕੱਢਦੇ, ਸਿਆਸਤ ਕਰਦੇ, ਅੰਦਰ ਰਹਿੰਦੇ, ਜਦੋਜਹਿਦ ਕਰਦੇ, ਤੇ ਤਬਦੀਲੀ ਕਿਸੇ ਵੇਲੇ ਵੀ ਟੈਪਲ ਡਾਊਨ ਹੋ ਸਕਦਾ ਸੀ। ਔਰ ਇੱਕ ਸਮਝੇ ਸਿਆਸਤਦਾਨ ਦਾ ਇਹ ਕੰਮ ਸੀ ਕਿ ਉਹ ਇਹ ਕੰਮ ਕਰਦਾ, ਉਹ ਉਹਨਾਂ ਨੇ ਨਹੀਂ ਕੀਤਾ। ਉਹਦੀ ਬਜਾਏ ਉਹਨਾਂ ਨੇ ਮੁਸਲਸਲ ਇੱਕ ਲੜਾਈ ਪਾ ਲਈ, ਨਾਨ ਪੋਲੀਟੀਕਲ ਜਿਹਾ ਆਪਣਾ ਪੋਸਚਰ ਸ਼ੋਅ ਕੀਤਾ ਕਿ ਮੈਨੂੰ ਇਕਤਦਾਰ ਵਿੱਚ ਲਿਆਓ, ਮੈਨੂੰ ਇਲੈਕਸ਼ਨ ਦੇ ਦਿਓ, ਮੇਰੀ 2/3 ਅਕਸਰੀਅਤ ਤੇ ਮੈਂ ਆ ਜਾਂਦੀ ਹੈ, ਮੈਂ ਲੋਕਾਂ ਦੇ ਵਿੱਚ ਪਾਪੂਲਰ ਹਾਂ, ਅੱਜ ਹੀ ਇਲੈਕਸ਼ਨ ਕਰਾ ਦਿਓ, ਹੁਣੇ ਕਰ ਦਿਓ। ਇਹ ਨਹੀਂ ਹੁੰਦਾ। ਇਹ ਕਦੀ ਵੀ ਨਹੀਂ ਹੋਇਆ ਕਿ ਇੱਕ ਪਾਰਟੀ ਪਾਪੂਲਰ ਹੈ ਤੇ ਫੌਰੀ ਤੌਰ ਤੇ ਪਾਰਲੀਮੈਂਟ ਡਿਜ਼ਾਲਵ ਕਰਦਾ ਫਿਰ ਅਗਲੇ 5 ਸਾਲ ਵਾਸਤੇ ਮੁੰਤਖਬ ਹੋ ਜਾਏ। ਇਹ ਨਹੀਂ ਹੁੰਦੀ, ਨਹੀਂ ਸ਼ਿਕਸਤ ਹੁੰਦੀ ਹੈ, ਬਿੱਲ ਫੇਲ ਹੋ ਜਾਂਦਾ ਹੈ, ਇਕਤਸਾਦੀ ਤੌਰ ਤੇ ਨਾਕਾਮ ਹੋ ਜਾਂਦੇ ਨੇ, ਮਿਡ ਟਰਮ ਇਲੈਕਸ਼ਨ ਵੀ ਹੋ ਜਾਂਦੇ ਨੇ, ਲੇਕਿਨ ਉਹਦੀ ਕੋਈ ਨਾ ਕੋਈ ਸਾਊਂਡ ਰੀਜ਼ਨ ਹੁੰਦੀ। ਇਹ ਰੀਜ਼ਨ ਕਦੀ ਵੀ ਨਹੀਂ ਹੋਈ ਕਿ ਮੈਂ ਇਸ ਵੇਲੇ ਪਾਪੂਲਰ ਹਾਂ ਤੇ ਮੈਨੂੰ ਡਿਜ਼ਾਲਵ ਕਰ। ਅੱਛਾ, ਉਹ ਤੁਹਾਡੀਆਂ ਗੱਲਾਂ ਬਿਲਕੁਲ ਦਰੁਸਤ ਨੇ। ਅੱਛਾ, ਅਸੀਂ ਦੇਖਿਆ ਤਹਿਰੀਕ ਇਨਸਾਫ ਦਾ ਬਣਨ ਦਾ, ਉੱਠਣ ਦਾ, ਜਿਹੜਾ ਬਣੀ ਤੇ ਮਤਲਬ 1996 ਵਿੱਚ ਬਣ ਗਈ ਸੀ, ਲੇਕਿਨ ਉਹ ਯਾਨੀ ਉਹਦੇ 'ਚ ਔਰ ਕੋਈ ਵੀ ਐਸੀ ਪਾਰਟੀ ਜਿਹਨੂੰ ਟਾਂਗਾ ਪਾਰਟੀ ਕਿਹਾ ਜਾਂਦਾ, ਚੰਦ ਵੋਟਾਂ ਤੇ ਚੰਦ ਸੀਟਾਂ ਲੈਣ ਵਾਲੀ, ਇਸ ਤੋਂ ਜ਼ਿਆਦਾ ਉਹਦੀ ਹਸੀਅਤ ਕਦੀ ਨਹੀਂ ਹੋ ਸਕੀ ਸੀ, ਇੱਕ ਪ੍ਰੈਸ਼ਰ ਗਰੁੱਪ ਸੀ। ਲੇਕਿਨ ਇਹ ਦੇਖਿਆ ਕਿ ਮਤਲਬ ਇਹਦਾ ਜਿਹੜਾ ਨਾ ਜੀ ਇਹਨੂੰ ਸ਼ੁਜਾ ਪਾਸ਼ਾ, ਜਨਰਲ ਸ਼ੁਜਾ ਪਾਸ਼ਾ ਨੇ ਜਿਹੜਾ ਨਾ ਜੀ ਇਹਨੂੰ ਨਵੇਂ ਸਿਰੇ ਤੋਂ ਜਿਹੜਾ ਨਾ ਇਹਨੂੰ ਨਵਾਂ ਰੰਗ ਢੰਗ ਦਿੱਤਾ, ਔਰ ਇਹ ਫਿਰ ਇੱਕ ਬੜੀ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ। ਔਰ ਮਜ਼ੀਦ ਉਹਦੀ ਨੋਕ ਪਲਕ ਜਿਹੜੀ ਹੈ ਨਾ ਸਵਾਰੀ ਜਨਰਲ ਫੈਜ਼ ਨੇ। ਹੁਣ ਪੋਜੀਸ਼ਨ ਇਹ ਹੈਗੀ ਹੈ ਕਿ ਇਹ ਦੋਵੇਂ ਜਰਨੈਲ ਜਿਹੜੇ ਨੇ, ਜਿਨ੍ਹਾਂ ਨੇ ਕੰਮ ਕੀਤਾ ਸੀ, ਇਹਨੂੰ ਮਜ਼ਬੂਤ ਕੀਤਾ, ਇਹਦੇ ਵਿੱਚ ਲੋਕ ਲੈ ਕੇ ਆਏ, ਇਲੈਕਟੇਬਲ ਲੈ ਕੇ ਆਏ, ਇਲੈਕਟੇਬਲ ਆਪਣੇ ਵੋਟ ਲੈ ਕੇ ਆਏ ਤੇ ਜਾਗ ਲੱਗਦਾ ਰਿਹਾ ਔਰ ਕੰਮ ਜਿਹੜਾ ਨਾ ਜੀ ਅੱਗੇ ਚੱਲਦਾ ਰਿਹਾ। ਗੱਲ ਇਹ ਵੀ ਹੈ ਕਿ ਇਸ ਵੇਲੇ ਜਿਹੜੀ ਪੋਜੀਸ਼ਨ ਹੈ, ਹੁਣ ਤੇ ਪੂਰੀ ਪਾਰਟੀ ਤਿੱਤਰ ਬਿੱਤਰ ਹੋਈ ਲੱਗਦੀ, ਔਰ ਬਲਕਿ ਹੁਣ ਤੇ ਹੈਰਾਨਗੀ ਚੰਦ ਦਿਨਾਂ ਦੇ ਵਿੱਚ ਜਿਹੜਾ ਨਾ ਜੀ ਇਹ ਹੋ ਗਿਆ ਕਿ ਹੁਣ ਤੇ ਮਤਲਬ ਜਿਹੜਾ